ਅੱਜ ਬਸ ਇੰਝ ਹੀ ਲੱਗਦਾ ਵਾ ਕਿ ਜਿਵੇਂ ਕੁਦਰਤ ਨੇ ਖੁਦ ਨੂੰ ਹੀ ਆਪਣੇ ਆਪ ਨੂੰ ਹੀ ਇੱਕ ਕੰਮ ਸੌਂਪ ਦਿੱਤਾ। ਮਤਲਬ ਕਿ ਆਪਣੇ ਆਪ ਨੂੰ ਹੀ ਇੱਕ ਕੰਮ ਦਾ ਠੇਕਾ ਦੇ ਦਿੱਤਾ ਕਿ ਉਸਨੇ ਮੇਰੀ ਮੁਲਾਕਾਤ ਹਰ ਕਣ ਦੇ ਨਾਲ ਕਰਵਾਉਣੀ ਆ। ਫਿਰ ਦੇਖਣਾ ਵਾ ਕਿ ਮੇਰਾ ਇਹ ਅਨੁਭਵ ਜੋ ਹੋ ਰਿਹਾ ਵਾ ਉਸ ਦਾ ਮੇਰੇ ਉੱਪਰ ਅਸਰ ਕੀ ਹੁੰਦਾ। ਉਸ ਅਸਰ ਦੇ ਹੇਤੂ ਫਿਰ ਮੈਂ ਕੀ ਐਕਸ਼ਨ ਲੈਂਦੀ ਹਾਂ, ਕੀ ਰਿਐਕਸ਼ਨ ਦਿੰਦੀ ਹਾਂ। ਕੁਦਰਤ ਦੇ ਵੱਲ ਜਦੋਂ ਮੈਂ ਗੌਰ ਦੇ ਨਾਲ ਤੱਕਿਆ ਤੇ ਉਸ ਦੇ ਵਿੱਚ ਦੀ ਹੀ ਮੈਨੂੰ ਪਲ ਦਿਖਿਆ। ਉਸ ਪਲ ਦੇ ਵਿੱਚ ਉਤਾਵਲਾਪਨ ਸੀ ਜੋ ਕਿ ਉਹ ਆਪਣੇ ਵਜੂਦ ਨੂੰ ਕਿੰਜ ਯੁੱਗ ਦੇ ਰੂਪ ਵਿੱਚ ਦੇਖਣ ਦੇ ਲਈ ਉਤਾਵਲਾ ਵਾ। ਪਲ ਨੇ ਵੀ ਕੁਦਰਤ ਦਾ ਸਾਥ ਦੇਣ ਦਾ ਜਿਸ ਤਰ੍ਹਾਂ ਕਿ ਹੁੰਦਾ ਨਹੀਂ ਗੱਠ ਜੋੜ ਕਰ ਲਿਆ ਕਿ ਉਸ ਦਾ ਸਾਥੀ ਬਣ ਗਿਆ। ਮੈਂ ਦੇਖਦੀ ਹਾਂ ਕੁਦਰਤ ਤੇ ਇਸ ਪਲ ਨੂੰ, ਪਲ ਦਾ ਅਤੇ ਕੁਦਰਤ ਦਾ ਸਾਥ, ਜਾਂ ਮੈਂ ਕਹਾਂ ਕਿ ਕੁਦਰਤ ਦਾ ਅਤੇ ਵਕਤ ਦਾ ਆਪਸ ਵਿੱਚ ਦੋਸਤਾਨਾ। ਜਿਸ ਵੱਲ ਵੀ ਮੈਂ ਨਜ਼ਰ ਮਾਰਦੀ ਹਾਂ, ਜਿਸ ਵੱਲ ਵੀ ਮੈਂ ਤੱਕਦੀ ਹਾਂ, ਮੈਨੂੰ ਇੰਝ ਲੱਗਦਾ ਕਿ ਬ੍ਰਹਿਮੰਡ ਦਾ ਹਰ ਝੋਂਕਾ, ਹਰ ਚੀਜ਼ ਮੇਰੇ ਵੱਲ ਤੱਕ ਰਹੀ ਆ, ਮੇਰੇ ਨਾਲ ਮੁਲਾਕਾਤ ਕਰਨ ਦੀ ਚਾਹਨਾ ਦੇ ਨਾਲ ਭਰੀ ਹੋਈ ਆ। ਜਿਸ ਤਰ੍ਹਾਂ ਕਿ ਉਹ ਆਪਣੇ ਵਜੂਦ ਨੂੰ ਉਜਾਗਰ ਕਰਨਾ ਚਾਹੁੰਦੇ ਆ, ਆਪਣੀ ਉਪਸਥਿਤੀ ਦਾ, ਆਪਣੀ ਪ੍ਰੈਜ਼ੈਂਸ ਦਾ ਦਿਖਾਉਣ ਲਈ ਕਿੰਨਾ ਉਤਾਵਲਾਪਨ ਹੈ ਕਿ ਅਸੀਂ ਵੀ ਹਾਂ। ਇਹ ਜੋ ਉਤਾਵਲਾਪਨ ਆ ਕਿ ਸਾਡੀ ਵੀ ਹੋਂਦ ਹੈ, ਅਸੀਂ ਵੀ ਬਰਕਰਾਰ ਹਾਂ ਇਸ ਜੀਵਨ ਦੇ ਵਿੱਚ, ਇਸ ਕਾਇਨਾਤ ਦੇ ਵਿੱਚ, ਬਹੁਤ ਹੀ ਗਹਿਰਾ, ਬਹੁਤ ਹੀ ਅਜੀਬ, ਬਹੁਤ ਹੀ ਅਨੋਖਾ, ਬਹੁਤ ਹੀ ਨਿਰਾਲਾ ਮਾਹੌਲ ਆ। ਜਿਸ ਤਰ੍ਹਾਂ ਹਰ ਚੀਜ਼ ਦੀ ਅੱਖ, ਹਰ ਚੀਜ਼ ਦੀ ਮਹਿਸੂਸੀਅਤ ਮੇਰੇ ਵੱਲ ਤੱਕ ਰਹੀ ਆ ਅਤੇ ਮੈਂ ਇੱਕ ਅਜਿਹੀ ਸਪੌਟਲਾਈਟ ਦੇ ਉੱਤੇ ਖੜੀ ਹਾਂ ਕਿ ਮੈਂ ਖੁਦ ਨੂੰ ਵੀ ਖੁਦ ਤੋਂ ਛੁਪਾ ਨਹੀਂ ਸਕਦੀ। ਅਗਰ ਮੈਂ ਆਪਣੇ ਹੀ ਗਹਿਰੇ ਦੇ ਵਿੱਚ ਆਪਣੇ ਆਪ ਨੂੰ ਤੱਕਣਾ ਵਾ, ਆਪਣੀ ਭਾਵਨਾ ਨੂੰ ਦੇਖਣਾ, ਆਪਣੀ ਫੀਲਿੰਗ ਨੂੰ ਦੇਖਣਾ ਜਾਂ ਆਪਣੀ ਸੋਚ ਨੂੰ ਦੇਖਣਾ, ਮੈਂ ਉਹ ਵੀ ਇੰਝ ਲੁਕੋ ਕੇ ਦੇਖਣੇ ਮੰਗਦੀ ਹਾਂ ਕਿ ਕਿਤੇ ਮੇਰੀ ਹੀ ਨਜ਼ਰ ਮੇਰੇ ਉੱਤੇ ਨਾ ਪੈ ਜਾਵੇ। ਆਪਣੀ ਹੀ ਨਜ਼ਰ ਤੋਂ ਆਪਣੇ ਹੀ ਸਲੂਕ ਨੂੰ ਬਚਾਉਣ ਦਾ, ਛੁਪਾਉਣ ਦਾ, ਲੁਕਾਉਣ ਦਾ ਇੱਕ ਅਜੀਬ ਅਦਭੁਤ ਭੇਦ ਭਰਿਆ ਮਾਹੌਲ, ਜਿੱਥੇ ਮੇਰਾ ਮੇਰੇ ਪ੍ਰਤੀ ਹੀ ਸਲੂਕ ਅਜਨਬੀ ਆ। ਬਿਨ ਬੋਲੇ ਹੀ ਆਪਣੀ ਗੱਲ ਨੂੰ ਬੋਲ ਦੇਣ ਦੀ ਕਲਾਕਾਰੀ, ਬਿਨ ਬੋਲੇ ਹੀ ਬੋਲਣਾ, ਬਿਨ ਬੋਲੇ ਹੀ ਆਪਣੀ ਗੱਲ ਨੂੰ ਬਿਆਨ ਕਰਨ ਦੀ ਇਹ ਜੋ ਕਲਾਕਾਰੀ ਆ, ਜੋ ਇਹ ਕਲਾ ਵਾ, ਇਹ ਮੈਨੂੰ ਕਿੱਥੋਂ ਆ ਰਹੀ ਆ, ਇਹ ਮੈਨੂੰ ਕੌਣ ਸਿਖਾ ਰਿਹਾ ਇਸ ਮਾਹੌਲ ਦੇ ਵਿੱਚ। ਤਾਂ ਜਦ ਮੈਂ ਅੱਖ ਉਠਾ ਕੇ, ਅੱਖ ਵੀ ਮੈਂ ਇੰਝ ਉਠਾਉਂਦੀ ਹਾਂ ਕਿ ਮੈਨੂੰ ਹੀ ਪਤਾ ਨਾ ਲੱਗ ਜਾਵੇ ਕਿ ਮੇਰੀ ਅੱਖ ਉੱਠ ਰਹੀ ਆ, ਇੰਝ ਉਠਾ ਰਹੀ ਹਾਂ ਕਿਉਂਕਿ ਮੈਂ ਦੇਖਣਾ ਵਾ ਕਿ ਜੋ ਇਹ ਸਿੱਖਿਆ, ਜੋ ਇਹ ਸਬਕ, ਜੋ ਇਹ ਲੈਸਨ ਆ ਰਿਹਾ ਵਾ, ਕਿੱਥੋਂ ਆ ਰਿਹਾ ਵਾ। ਜਦ ਮੈਂ ਅੱਖ ਉੱਤੇ ਨੂੰ ਉਠਾਉਂਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਮੇਰੇ ਹੀ ਅੱਗੇ ਇੱਕ ਪੱਤਾ ਜ਼ਮੀਨ ਦੀ ਵੱਲ ਨੂੰ ਯਾਤਰਾ ਕਰ ਰਿਹਾ, ਮਤਲਬ ਕਿ ਰੁੱਖ ਤੋਂ ਗਿਰ ਰਿਹਾ ਵਾ, ਝੜ ਰਿਹਾ ਵਾ। ਉਸ ਝੜ ਦੇ ਪੱਤੇ ਦੀ ਵੱਲ ਮੈਂ ਦੇਖਣਾ, ਮੈਨੂੰ ਇੰਝ ਲੱਗਿਆ ਇਸ ਝੜ ਦੇ ਪੱਤੇ ਦੇ ਵਿੱਚ ਦੀ ਇੱਕ ਕੋਈ ਗਿਆਨ ਆ ਜੋ ਰੁੱਖ ਮੈਨੂੰ ਆਪਣੇ ਅੰਦਾਜ਼ ਦੇ ਵਿੱਚ ਇੱਕ ਸਬਕ ਦੇ ਰਿਹਾ ਵਾ ਕਿ ਬਿਨ ਬੋਲੇ ਹੀ ਆਪਣੀ ਭਾਵਨਾ ਨੂੰ ਇੰਝ ਪ੍ਰਗਟ ਕਰਨਾ ਵਾ। ਮੈਂ ਦੇਖਿਆ ਦੂਰ ਤੱਕ ਬਹੁਤ ਰੁੱਖਾਂ ਦੇ ਪੱਤੇ ਆ ਜਿਹੜੇ ਪੀਲੇ ਰੰਗ ਨੂੰ ਪਹਿਨ ਚੁੱਕੇ ਨੇ ਅਤੇ ਸੰਸਾਰ ਤੋਂ ਵਿਦਾ ਲੈ ਰਹੇ ਨੇ, ਪਰ ਉਹਨਾਂ ਦੀ ਜੜ ਦੇ ਵਿੱਚ ਇੱਕ ਨਵੀਂ ਹੀ ਟਾਹਣੀ,
ਅੰਕਰ ਹੋ ਰਹੀ ਆ, ਜਿਸ ਨੂੰ ਮੈਂ ਆਪਣੀ ਵੀਡੀਓ ਬਣਾਉਣ ਦੇ ਵਿੱਚ ਉਸ ਵਕਤ ਨੂੰ, ਉਸ ਚੁੱਪ ਨੂੰ ਆਪਣੀ ਵੀਡੀਓ ਦੇ ਵਿੱਚ ਪਰੋਇਆ। ਮੈਨੂੰ 30 ਮਿੰਟ ਲੱਗੇ ਉਸ ਭਾਵਨਾ ਦੇ ਵਿੱਚੋਂ ਨਿਕਲਣ ਦੇ ਲਈ ਕਿ ਕਿਸ ਤਰ੍ਹਾਂ ਰੁੱਖ ਦੇਖਦਾ ਵਾ ਆਪਦੇ ਉਹਨਾਂ ਪੱਤਿਆਂ ਨੂੰ ਜੋ ਉਹਦੇ ਤੋਂ ਵਿਦਾ ਹੋ ਰਹੇ ਨੇ, ਅਤੇ ਉਸ ਨਵੀਂ ਅੰਕੁਰ ਹੋ ਰਹੀ ਟਾਹਣੀ ਨੂੰ। ਅਤੇ 30 ਮਿੰਟ ਦੇ ਵਿੱਚ ਮੈਨੂੰ ਰੁੱਖ ਨੇ ਆਪਣੀ ਉਸ ਭਾਵਨਾ ਨੂੰ ਬਿਆਨ ਕੀਤਾ। ਅਮੇਜ਼ਿੰਗ, ਜਿਸ ਦੇ ਉੱਤੇ ਅਸੀਂ ਯਕੀਨ ਨਹੀਂ ਕਰ ਸਕਦੇ, ਕਿਉਂਕਿ ਅਸੀਂ ਬਹੁਤ ਗਹਿਰੇ ਦੇ ਵਿੱਚ ਦੇਖਾਂਗੇ ਕਿ ਅਸੀਂ ਅੱਜ ਤੱਕ ਰੱਬ ਦੇ ਅੰਦਰ ਫੁੱਟ ਦੀ ਸੋਚ ਨੂੰ ਮਹਿਸੂਸ ਨਹੀਂ ਕਰ ਸਕੇ। ਸਾਡੇ ਅੰਦਰ ਪੈਦਾ ਹੁੰਦੀ ਭਾਵਨਾ ਨੂੰ ਨਹੀਂ ਮਹਿਸੂਸ ਕਰ ਸਕਦੇ, ਤਾਂ ਅਸੀਂ ਰੁੱਖ ਦੀ ਭਾਵਨਾ ਨੂੰ ਜਾਂ ਰੁੱਖ ਦੀ ਸੋਚ ਨੂੰ ਕਿੰਝ ਮਹਿਸੂਸ ਕਰ ਸਕਾਂਗੇ। ਰੁੱਖ ਨੇ ਕਿਹਾ, ਜ਼ਿੰਦਗੀ ਜਦ ਵੀ ਕੁਝ ਦਿੰਦੀ ਆ, ਉਸ ਵਕਤ ਉਹ ਕੁਝ ਲੈਂਦੀ ਵੀ ਆ। ਦੇਖ, ਅੱਜ ਮੇਰੇ ਇਹਨਾਂ ਪੀਲੇ ਪੱਤਿਆਂ ਨੂੰ ਜੋ ਪੀਲੇ ਰੰਗ ਦੇ ਵਿੱਚ ਸੱਜ ਰਹੇ ਨੇ, ਉਹਨਾਂ ਦੇ ਜਾਣ ਦਾ ਵਕਤ ਆ ਅਤੇ ਕੁਝ ਨਵੇਂ ਪੱਤੇ ਆ ਰਹੇ ਨੇ, ਕਿਉਂਕਿ ਉਹਨਾਂ ਦੇ ਆਉਣ ਦਾ ਵਕਤ ਆ। ਜ਼ਿੰਦਗੀ ਦੀ ਔਰ ਜਦ ਵੀ ਅਸੀਂ ਕੋਰੀ, ਸੱਜਰੀ, ਕੁਵਾਰੀ ਅੱਖ ਦੇ ਨਾਲ ਦੇਖਦੇ ਹਾਂ, ਤਦ ਹੀ ਸਾਨੂੰ ਜ਼ਿੰਦਗੀ ਦੀ ਅਸਲੀਅਤ ਦਿਖਾਈ ਦਿੰਦੀ ਹੈ। ਤਦ ਹੀ ਸਾਨੂੰ ਪਤਾ ਲੱਗਦਾ ਵਾ ਸੱਚ ਕੀ ਆ ਤੇ ਝੂਠ ਕੀ ਆ। ਜਦ ਅਸੀਂ ਸੱਚ ਤੇ ਝੂਠ ਨੂੰ ਜਾਣ ਲੈਂਦੇ ਹਾਂ, ਤਦ ਹੀ ਸਾਡੀ ਇਹ ਜਾਣਕਾਰੀ, ਸਾਡੀ ਇਹ ਪਹਿਚਾਣ ਸਾਨੂੰ ਉਹ ਜ਼ਿੰਦਗੀ ਦੇ ਉਸ ਮੁਕਾਮ ਤੋਂ ਪਾਰ ਲੈ ਜਾਂਦੀ ਹੈ। ਅੱਜ ਮੈਂ ਸੰਨਿਆਸੀ ਇਆਮ ਦੇ ਵਿੱਚ ਦੀ ਗੁਜ਼ਰਦੀ ਹਾਂ। ਹਰ ਚੀਜ਼ ਸੰਨਿਆਸ ਦੀ ਬੋਲੀ ਬੋਲਦੀ ਆ, ਤਾਂ ਮੈਂ ਸੰਨਿਆਸੀ ਰੰਗ ਦੇ ਵਿੱਚ ਸਜੇ ਉਸ ਰੁੱਖ ਨੂੰ ਫੇਰ ਪੁੱਛਿਆ, ਸੰਨਿਆਸ ਕੀ ਆ? ਕੀ ਸੱਚ ਵਿੱਚ ਹੀ ਇਨਸਾਨ ਨੂੰ ਜਾਂ ਕਾਇਨਾਤ ਦੀ ਹਰ ਚੀਜ਼ ਨੂੰ ਸੰਨਿਆਸ ਦੀ ਜ਼ਰੂਰਤ ਆ? ਅਸਲੀ ਸੰਨਿਆਸ, ਜਿਸ ਨੂੰ ਅਸੀਂ ਕਹੀਏ ਕਿ ਪਿਓਰ ਜਾਂ ਅਸਲੀ ਸੰਨਿਆਸ ਕੀ ਹੁੰਦਾ ਵਾ? ਕੀ ਸੰਨਿਆਸੀ ਹੋ ਕੇ ਹੀ ਜ਼ਿੰਦਗੀ ਦੀ ਪਹਿਚਾਣ ਆਉਂਦੀ ਆ? ਉਸ ਤੋਂ ਪਹਿਲਾਂ ਨਹੀਂ ਹੁੰਦੀ। ਸੰਨਿਆਸ ਦਾ ਅਸਲੀ ਮਤਲਬ ਕੀ ਆ? ਉਸੇ ਵਕਤ ਹਵਾ ਦੇ ਇੱਕ ਹਲਕੇ ਜਿਹੇ ਝੋਂਕੇ ਨੇ ਆ ਕੇ ਉਸ ਰੁੱਖ ਦੇ ਉੱਪਰ ਲਟਕੇ ਹੋਏ ਸੁੱਕੇ ਪੱਤੇ, ਜਿਸੇ ਕਿ ਮਾਹੌਲ ਹੀ ਆਪਣੇ ਲੈਸਨ ਨੂੰ, ਆਪਣੇ ਸਬਕ ਨੂੰ ਪੂਰਾ ਕਰਨਾ ਚਾਹੁੰਦਾ ਵਾ। ਜੋ ਰੁੱਖ ਦੀਆਂ ਟਾਹਣੀਆਂ ਦੇ ਵਿੱਚ ਸੁੱਕੇ ਪੱਤੇ ਅਟਕੇ ਹੋਏ ਸੀ, ਹਵਾ ਦਾ ਝੋਂਕਾ ਆਇਆ ਤੇ ਉਹਨਾਂ ਸੁੱਕੇ ਪੱਤਿਆਂ ਨੂੰ ਝਾੜ ਦਿੱਤਾ। ਰੁੱਖ ਤੋਂ ਝੜਦੇ ਪੱਤਿਆਂ ਦੀ ਆਵਾਜ਼ ਦੇ ਵਿੱਚ ਇੱਕ ਤਰਜ ਸੁਣਾਈ ਦਿੰਦੀ ਆ। ਉਸ ਤਰਜ ਦੇ ਨਾਲ ਮੈਨੂੰ ਗੀਤ ਯਾਦ ਆ ਜਾਂਦਾ ਵਾ ਗੁਰਦਾਸ ਮਾਨ ਦਾ, ਪੀੜ ਤੇਰੇ ਜਾਣਦੀ ਕਿੱਦਾਂ ਜਰਾਂਗਾ ਮੈਂ। ਚੱਲਦੀ ਹਵਾ ਦੇ ਵਿੱਚ ਜੋ ਉਸ ਦੀ ਸ਼ੋਅ ਦੇ ਨਾਲ ਪੱਤੇ ਨੂੰ ਸੁਰ ਦੇ ਕੇ ਇੱਕ ਤਰਜ ਬਣਾ ਰਹੀ ਸੀ, ਉਸ ਤਰਜ ਨੂੰ ਸੁਣ ਕੇ ਮੇਰੀ ਜੋ ਖਾਮੋਸ਼ੀ ਸੀ ਉਹ ਮਦਹੋਸ਼ੀ ਦੇ ਵਿੱਚ ਬਦਲ ਜਾਂਦੀ ਆ। ਮੇਰੀ ਨਜ਼ਰ ਇੱਕ ਬਹੁਤ ਹੀ ਵੱਡੇ ਪੁਰਾਣੇ ਰੁੱਖ ਦੇ ਉੱਤੇ ਪੜਦੀ ਆ। ਮਤਲਬ ਕਿ ਕਾਫੀ ਬੁੱਢਾ ਹੋ ਚੁੱਕਿਆ ਰੁੱਖ ਸੀ ਜਿਸ ਦੇ ਉੱਤੇ ਮੇਰੀ ਨਿਗਾਹ ਪੈਂਦੀ ਆ, ਅਤੇ ਮੈਂ ਗੌਰ ਦੇ ਨਾਲ ਦੇਖਦੀ ਹਾਂ ਉਸ ਦੀ ਹਰ ਟਾਹਣੀ ਨੂੰ, ਅਤੇ ਦੇਖਿਆ ਕਿ ਇੱਕ ਬਹੁਤ ਵੱਡੀ ਟਾਹਣੀ ਉਸ ਦੀ ਉਸ ਤੋਂ ਟੁੱਟੀ ਹੋਈ ਆ, ਅਤੇ ਪਰ ਉਹ ਹਜੇ ਵੀ ਉਸ ਦੇ ਵਿੱਚ ਅਟਕੀ ਹੋਈ ਆ।
ਜਦ ਮੈਨੇ ਟੁੱਟੀ ਹੋਈ ਟਾਹਣੀ ਨੂੰ ਦੇਖਿਆ ਤਾਂ ਮੇਰੀਆਂ ਅੱਖਾਂ ਦੇ ਵਿੱਚ ਨਮੀ ਤੈਰਨੇ ਲੱਗੀ। ਕਿਉਂ? ਮੈਨੂੰ ਨਹੀਂ ਪਤਾ, ਪਰ ਇਹ ਸੱਚ ਹੈ, ਜਦ ਮੇਰੀ ਨਜ਼ਰ ਰੁੱਖ ਦੇ ਹਰ ਹਿੱਸੇ ਵਿੱਚ ਦੇਖਣ ਲੱਗੀ ਤਾਂ ਮੈਂ ਦੇਖਿਆ ਉਸ ਰੁੱਖ ਨੂੰ ਗੌਰ ਦੇ ਨਾਲ ਦੇਖ ਰਹੀ ਸੀ। ਰੁੱਖ ਜਿਸ ਤਰ੍ਹਾਂ ਮੈਂ ਉਸਨੂੰ ਗੌਰ ਦੇ ਨਾਲ ਦੇਖ ਰਹੀ ਸੀ, ਇਹ ਦੇਖਣ ਦਾ ਮੇਰਾ ਜੋ ਐਕਸ਼ਨ ਸੀ ਕਿ ਮੈਂ ਕਿਸ ਤਰ੍ਹਾਂ ਉਸਨੂੰ ਗੌਰ ਦੇ ਨਾਲ ਗਹਿਰੇ ਤੋਂ ਸਾਇਲੈਂਸ ਦੇ ਵਿੱਚ ਦੀ ਦੇਖ ਰਹੀ ਹਾਂ, ਤੇ ਮੈਂ ਦੇਖਿਆ ਮੇਰੇ ਦੇਖਣ ਦੇ ਵਿੱਚ ਬਿਨ ਬੋਲੇ ਬੋਲਣਾ, ਮੇਰੇ ਦੇਖਣ ਦੇ ਵਿੱਚ ਜੋ ਮੇਰੇ ਸਵਾਲ ਸੀ, ਜੋ ਮੈਂ ਜਵਾਬ ਚਾਹੁੰਦੀ ਸੀ, ਜੋ ਮੈਂ ਉਸ ਦੇ ਨਾਲ ਆਪਣੀ ਭਾਵਨਾ ਨੂੰ ਸਾਂਝਾ ਕਰਨਾ ਚਾਹੁੰਦੀ ਸੀ, ਇਸ ਗੱਲ ਨੂੰ ਦੁਬਾਰਾ ਤੇ ਰਿਪੀਟ ਕਰਦੀ ਹਾਂ, ਬਿਨ ਬੋਲੇ ਹੀ ਬੋਲਣਾ। ਮੈਂ ਗੌਰ ਦੇ ਨਾਲ ਬਹੁਤ ਗਹਿਰੀ ਸਾਇਲੈਂਸ ਤੋਂ ਉਸ ਰੁੱਖ ਦੇ ਵੱਲ ਦੇਖਦੀ ਹਾਂ। ਮੈਂ ਕਿਉਂ ਦੇਖ ਰਹੀ ਹਾਂ, ਮੇਰੀ ਇਸ ਗਹਿਰਾਈ ਦਾ ਮਤਲਬ ਕੀ ਆ, ਮੇਰੇ ਇਸ ਗੌਰ ਦੇ ਨਾਲ ਤੱਕਣ ਦਾ ਮਤਲਬ ਕੀ ਆ। ਉਸ ਚੀਜ਼ ਨੂੰ ਅਸੀਂ ਵੀ ਸਮਝਾਂਗੇ, ਇਨਸਾਨ ਵੀ ਸਮਝਦਾ, ਪਸ਼ੂ ਵੀ ਸਮਝਦੇ ਆ, ਪੰਛੀ ਵੀ ਸਮਝਦੇ ਆ, ਰੁੱਖ ਵੀ ਸਮਝਦੇ ਆ, ਹਰ ਚੀਜ਼ ਕਣ ਕਣ ਸਮਝਦਾ, ਇੱਥੋਂ ਤੱਕ ਕਿ ਮਿੱਟੀ ਦਾ ਕਣ ਵੀ ਉਸ ਚੀਜ਼ ਨੂੰ ਸਮਝਦਾ। ਮੇਰੀ ਉਹ ਚੁੱਪ ਚਪੀਤੀ ਭਾਵਨਾ ਰੁੱਖ ਦੇ ਨਾਲ ਸਾਂਝੀ ਹੁੰਦੀ ਆ। ਰੁੱਖ ਬੁੱਢਾ ਵਾ, ਬਹੁਤ ਵੱਡਾ ਵਾ, ਉਸ ਤੋਂ ਖੁਦ ਦਾ ਵੀ ਹੁਣ ਬੋਝ ਆ ਜਿਹੜਾ ਉਠਾਇਆ ਨਹੀਂ ਜਾਂਦਾ। ਰੁੱਖ ਤੋਂ ਟੁੱਟੀ ਟਾਹਣੀ ਰੁੱਖ ਨੂੰ ਸਰਲ ਅਤੇ ਸਹਿਜ ਜੀਣ ਦੇ ਵਿੱਚ ਮਦਦ ਕਰ ਰਹੀ ਆ। ਮੇਰੇ ਚੱਲਦੇ ਕਦਮ ਨੇ ਜਿਹੜੇ, ਜੋ ਮੇਰੀ ਚੱਲਦੀ ਅੱਖਾਂ, ਜੋ ਮੇਰੀ ਹੋਂਦ ਦੇ ਵਿੱਚ ਭਾਵਨਾਵਾਂ, ਜੋ ਮੇਰੀ ਕੌਂਸ਼ੀਅਸ ਦੇ ਵਿੱਚ, ਚੇਤਨਾ ਦੇ ਵਿੱਚ ਸੋਚ ਆ, ਸਾਰੀ ਦੀ ਸਾਰੀ ਰੁਕ ਗਈ। ਅਸੀਂ ਸੋਚਦੇ ਹਾਂ ਕਿ ਇਨਸਾਨ ਦੇ ਵਿੱਚ ਫੀਲਿੰਗ ਆ, ਅਨੁਭਵ ਆ, ਸਾਨੂੰ ਸਾਡੀ ਹੀ ਫੀਲਿੰਗ ਦਾ ਪਤਾ ਨਹੀਂ, ਸਾਨੂੰ ਸਾਡੇ ਰਿਸ਼ਤਿਆਂ ਦੀ ਫੀਲਿੰਗ ਦਾ ਨਹੀਂ ਪਤਾ, ਸਾਨੂੰ ਸਾਡੀ ਇਹ ਨਹੀਂ ਪਤਾ ਮਾਂ ਦੀ ਫੀਲਿੰਗ ਦਾ ਨਹੀਂ ਪਤਾ, ਬਾਪ ਦੀ, ਭੈਣ ਭਰਾ ਦੀ, ਮੀਆਂ ਬੀਵੀ ਦੀ, ਬੱਚਿਆਂ ਦੀ। ਅਸੀਂ ਆਪਣੇ ਜਿਨ੍ਹਾਂ ਰਿਸ਼ਤਿਆਂ ਦੇ ਵਿੱਚ 50-50, 25-25 ਸਾਲ ਤੋਂ ਜੀ ਰਹੇ ਹਾਂ, ਅਸੀਂ ਉਹਨਾਂ ਦੀ ਫੀਲਿੰਗ ਨੂੰ, ਅਸੀਂ ਖੁਦ ਦੀ ਫੀਲਿੰਗ ਨੂੰ, ਜਿਸ ਦੇ ਵਿੱਚ ਫੀਲਿੰਗ ਵਾਪਰ ਰਹੀ ਆ, ਅਸੀਂ ਤਾਂ ਉਸ ਤੋਂ ਅਣਜਾਣ, ਤੇ ਅਸੀਂ ਇੱਕ ਦੂਸਰੇ ਮਜਬੂਨ ਦੀ ਫੀਲਿੰਗ ਨੂੰ ਕਿਵੇਂ ਪਹਿਚਾਨਾਂਗੇ, ਕਿਵੇਂ ਦੇਖਾਂਗੇ? ਇਸ ਚੀਜ਼ ਦੇ ਉੱਤੇ ਭਰੋਸਾ ਕਰਨਾ ਬਹੁਤ ਮੁਸ਼ਕਲ ਆ। ਮੇਰੇ ਚੱਲਦੇ ਕਦਮ ਨਹੀਂ ਰੁਕੇ, ਮੇਰੇ ਚੱਲਦੇ ਸਾਹ ਵੀ ਰੁਕ ਗਏ, ਮੇਰੀ ਚੇਤਨਾ ਦੀ ਜਿਹੜੀ ਸੋਚ ਸੀ ਉਹ ਵੀ ਰੁਕ ਗਈ। ਇੰਨੀ ਸਾਂਝ, ਇੰਨੇ ਅਸੀਂ ਇੱਕੋ ਜਿਹੇ। ਅਸੀਂ ਤਾਂ ਇਨਸਾਨ ਨੂੰ, ਦੂਸਰੇ ਇਨਸਾਨ ਨੂੰ, ਦੂਸਰੀ ਕੌਮ ਨੂੰ, ਦੂਸਰੇ ਧਰਮ ਨੂੰ ਆਪਣੇ ਤੋਂ ਅਲੱਗ ਸਮਝਦੇ ਹਾਂ। ਅਸੀਂ ਰੁੱਖਾਂ ਨੂੰ ਆਪਣੇ ਵਰਗੇ ਕਿਵੇਂ ਸਮਝ ਲਾਂਗੇ? ਅਸੀਂ ਪੰਛੀਆਂ ਨੂੰ ਆਪਣੇ ਵਰਗੇ ਕਿਵੇਂ ਸਮਝ ਲਾਂਗੇ? ਅਸੀਂ ਜਾਨਵਰਾਂ ਨੂੰ ਕਿੰਝ ਸੋਚ ਲਾਂਗੇ? ਨਹੀਂ ਸੋਚ ਸਕਦੇ। ਉਸ ਟਾਹਣੀ ਨੇ ਰੁੱਖ ਨੂੰ ਸਰਲ ਅਤੇ ਸਹਿਜ ਜ਼ਿੰਦਗੀ ਜੀਣ ਦਾ ਇੱਕ ਮੌਕਾ ਦੇ ਰਹੀ ਆ ਕਿ ਮੈਂ ਤੇਰੇ ਤੋਂ ਟੁੱਟ ਰਹੀ ਹਾਂ, ਤੂੰ ਮੇਰੇ ਬੋਝ ਤੋਂ ਫਰੀ ਹੋ ਕੇ ਆਪਣੀ ਜ਼ਿੰਦਗੀ ਨੂੰ ਜੀ। ਪਿਆਰ, ਪਿਆਰ ਭਰਿਆ ਮਾਹੌਲ ਦੇਖ ਕੇ ਕੌਣ ਨਹੀਂ ਠਹਿਰੂਗਾ,
ਕੌਣ ਨਹੀਂ ਰੁਕੂਗਾ। ਅਸੀਂ ਸੋਚਾਂਗੇ ਹਵਾ ਚੱਲ ਪਈ, ਟਾਹਣੀ ਨੇ ਟੁੱਟਣਾ ਸੀ, ਟੁੱਟ ਗਈ। ਨਹੀਂ, ਫਿਰ ਅਸੀਂ ਇੰਝ ਕਿਉਂ ਨਹੀਂ ਸੋਚਦੇ? ਰਿਸ਼ਤੇ ਜੁੜਨੇ ਸੀ, ਜੁੜ ਗਏ। ਟੁੱਟਣੇ ਸੀ, ਟੁੱਟ ਗਏ। ਅਸੀਂ ਕਿਉਂ ਰੋਂਦੇ ਹਾਂ? ਅਸੀਂ ਕਿਉਂ ਹੱਸਦੇ ਹਾਂ? ਜੁੜਨ ਵੇਲੇ ਹੱਸਦੇ ਕਿਉਂ ਆ? ਟੁੱਟਣ ਵੇਲੇ ਰੋਂਦੇ ਕਿਉਂ? ਇੰਝ ਨਹੀਂ ਕਦੇ ਜ਼ਿੰਦਗੀ 'ਚ ਦੇਖਣਾ ਕਿ ਜੋ ਰੂਲ ਨੇ ਸਾਡੇ ਲਈ ਹੋਰ ਨੇ ਤੇ ਦੂਸਰੀ ਚੀਜ਼ ਦੇ ਲਈ ਹੋਰ ਆ। ਜਦੋਂ ਅਸੀਂ ਏਕਤਾ ਦੀ ਇਸ ਰਾਹ ਦੇ ਉੱਤੇ ਚੱਲਾਂਗੇ, ਸਾਨੂੰ ਪਤਾ ਲੱਗੂਗਾ ਅਸੀਂ ਰਿਸ਼ਤਿਆਂ ਦੇ ਵਿੱਚ ਨਹੀਂ ਜੁੜੇ। ਸਾਡਾ ਰਿਸ਼ਤਾ ਜਿਸ ਤਰ੍ਹਾਂ ਸਾਡੇ ਮਾਂ-ਬਾਪ, ਭੈਣ ਭਰਾ ਦੇ ਨਾਲ ਆ, ਉਸੇ ਤਰ੍ਹਾਂ ਹੀ ਸਾਡਾ ਰਿਸ਼ਤਾ ਕਾਇਨਾਤ ਦੀ ਹਰ ਚੀਜ਼ ਦੇ ਨਾਲ ਆ, ਚਾਹੇ ਉਹ ਰੁੱਖ ਨੇ, ਚਾਹੇ ਉਹ ਪਸ਼ੂ ਨੇ, ਚਾਹੇ ਉਹ ਪੰਛੀ ਨੇ। ਮੈਂ ਰੁੱਖ ਨੂੰ ਦੇਖਦੀ ਹਾਂ, ਕਿਉਂਕਿ ਜੇ ਮੈਂ ਟੁੱਟੀ ਹੋਈ ਟਾਹਣੀ ਨੂੰ ਵੀ ਦੇਖਿਆ, ਹਜੇ ਵੀ ਟੁੱਟੀ ਹੋਈ ਟਾਹਣੀ ਤਾਂ ਅਟਕੀ ਰੁੱਖ ਦੇ ਨਾਲ ਹੀ ਹੋਈ ਸੀ। ਮਤਲਬ ਕਿ ਟਾਹਣੀ ਦਾ ਬੋਝ ਹਜੇ ਵੀ ਰੁੱਖ ਦੇ ਉੱਪਰ ਹੀ ਸੀ। ਰੁੱਖ ਕੀ ਕਹਿੰਦਾ? ਕਹਿੰਦਾ ਮੈਨੂੰ ਜਿਸ ਤਰ੍ਹਾਂ ਟਾਹਣੀ ਨੇ ਪਿਆਰ ਦਿਖਾਇਆ, ਉਸੇ ਤਰ੍ਹਾਂ ਮੇਰਾ ਵੀ ਤਾਂ ਇਸੇ ਦੇ ਨਾਲ ਪਿਆਰ ਆ। ਹੁਣ ਜਦ ਇਹ ਮਰ ਹੀ ਰਹੀ, ਮਰਦੇ ਵਕਤ ਜਦ ਤੱਕ ਜਾਨ ਨਹੀਂ ਨਿਕਲ ਜਾਂਦੀ, ਸਾਹ ਨਹੀਂ ਨਿਕਲ ਜਾਂਦੇ, ਤਦ ਤੱਕ ਮੇਰੇ ਨਾਲ ਹੀ ਰਹੂਗੀ, ਮੇਰੇ 'ਚ ਹੀ ਅਟਕੀ ਰਹੂਗੀ। ਜਦੋਂ ਸਾਹ ਪੂਰੇ ਹੋ ਜਾਣਗੇ, ਮਤਲਬ ਕਿ ਉਸ ਦੇ ਪੂਰੀ ਤਰ੍ਹਾਂ ਟਾਹਣੀ ਸੁੱਕ ਜੂਗੀ, ਹਵਾ ਆਊਗੀ, ਆਪੇ ਚੜ ਜੂਗੀ। ਕੁਦਰਤ ਦਾ ਇਹ ਜੋ ਸੰਨਿਆਸੀ ਡਾਇਮੈਂਸ਼ਨ ਮੈਨੂੰ ਜਵਾਬ ਦਿੱਤਾ ਕਿ ਸੰਨਿਆਸ ਕੀ ਹੈ। ਸੰਨਿਆਸ ਪੱਤੇ ਦਾ ਟੁੱਟਣਾ ਸੰਨਿਆਸ ਨਹੀਂ, ਪੱਤੇ ਦਾ ਝੜ ਜਾਣਾ ਸੰਨਿਆਸ ਹੁੰਦਾ ਵਾ। ਜਿਸ ਤਰ੍ਹਾਂ ਰੁੱਖ ਤੋਂ ਪੱਤਾ ਝੜਦਾ ਵਾ, ਉਸੇ ਤਰ੍ਹਾਂ ਜਦੋਂ ਵਿਅਕਤੀ ਦਾ ਮਨ ਪਦਾਰਥੀ ਜਾਂ ਕਹਿ ਦਓ ਕਿ ਸੰਸਾਰ ਤੋਂ ਝੜਦਾ, ਮਤਲਬ ਕਿ ਊਬਦਾ ਵਾ, ਅੱਕਦਾ ਵਾ। ਸੰਨਿਆਸ ਦੀ ਜ਼ਰੂਰਤ ਵਿਅਕਤੀ ਨੂੰ ਨਹੀਂ ਹੁੰਦੀ, ਜ਼ਿੰਦਗੀ ਨੂੰ ਹੁੰਦੀ ਆ। ਜ਼ਿੰਦਗੀ ਇੱਕ ਬਹੁਤ ਵੱਡਾ ਘੇਰਾ ਵਾ, ਜੋ ਆਪਣੇ ਆਪ ਦੇ ਵਿੱਚ ਇੱਕ ਪ੍ਰਕਿਰਤੀ ਆ, ਜੋ ਹਰ ਚੀਜ਼ ਦੇ ਵਿੱਚ, ਹਰ ਸੀਜ਼ਨ ਦੇ ਵਿੱਚ ਵੀ ਗੁਜ਼ਰ ਕੇ ਲੈ ਕੇ ਜਾਂਦੀ ਆ ਇਨਸਾਨ ਨੂੰ। ਜ਼ਿੰਦਗੀ ਦੇ ਜਿੰਨੇ ਵੀ ਰੰਗ ਨੇ ਸਾਨੂੰ ਦਿਖਾਈ ਦਿੰਦੇ ਆ, ਜਾਂ ਜਿੰਨਿਆਂ ਦੀ ਸਾਨੂੰ ਸੋਝੀ ਆ, ਉਹ ਇਸੇ ਕਰਕੇ ਆ ਕਿ ਅਸੀਂ ਉਹਨਾਂ ਆਯਾਮ ਦੇ ਵਿੱਚੋਂ, ਉਸ ਡਾਇਮੈਂਸ਼ਨ ਦੇ ਵਿੱਚੋਂ, ਉਸ ਅਨੁਭਵ ਦੇ ਵਿੱਚੋਂ ਗੁਜ਼ਰ ਚੁੱਕੇ ਹਾਂ। ਸੰਨਿਆਸ ਇੱਕ ਲੈਵਲ ਆ ਜ਼ਿੰਦਗੀ ਦਾ, ਇੱਕ ਪੌੜੀ ਆ ਜੋ ਹਰ ਜੀਵ ਉੱਤੇ ਆਉਂਦੀ ਹੀ ਆਉਂਦੀ ਆ। ਇਸ ਨੂੰ ਦੇਖਣ ਦੇ, ਇਸ ਨੂੰ ਵਿਚਾਰਨ ਦੇ, ਇਸ ਨੂੰ ਸਮਝਣ ਦੇ ਜਿਹੜੇ ਤਰੀਕੇ ਨੇ, ਉਹ ਸਾਰੇ ਹੀ ਅਲੱਗ ਅਲੱਗ ਨੇ। ਸਿਰਫ ਯਾਦ ਇਹ ਰੱਖਣਾ ਕਿ ਜ਼ਿੰਦਗੀ ਦੇ ਅਨੰਤ ਰੂਪ ਨੇ, ਜਿਸ ਦੇ ਅਨੰਤ ਰੰਗ ਨੇ, ਜਿਸ ਦੇ ਅਨੰਤ ਹੀ ਆਕਾਰ ਨੇ। ਜ਼ਿੰਦਗੀ ਸਾਨੂੰ ਇੱਕ ਤਰੀਕੇ ਦੇ ਨਾਲ ਹੀ ਇੱਕ ਸਬਜੈਕਟ ਨੂੰ ਨਹੀਂ ਸਮਝਾਉਂਦੀ, ਇੱਕ ਸਬਜੈਕਟ ਨੂੰ ਉਹ ਅਨੰਤ ਤਰੀਕਿਆਂ ਦੇ ਨਾਲ ਸਮਝਾਉਂਦੀ ਆ। ਜਿਵੇਂ ਤਿਆਗੀ ਵਿਅਕਤੀ ਹੁੰਦਾ, ਘਰ ਵਾਰ ਨੂੰ ਛੱਡਦਾ, ਉਸੇ ਤਰ੍ਹਾਂ ਪੱਤਾ ਵਾ ਜਿਹੜਾ ਉਹ ਰੁੱਖ ਨੂੰ ਛੱਡਦਾ। ਸੰਨਿਆਸ ਨੂੰ ਅੱਜ ਤੱਕ ਕਿਹਾ ਗਿਆ ਵਾ ਨਕਾਰਾਤਮਕ, ਨੈਗੇਟਿਵ ਪੁਆਇੰਟ ਮੰਨਿਆ ਗਿਆ। ਇਹ ਜ਼ਿੰਦਗੀ ਦਾ ਉਹ ਹਿੱਸਾ ਵਾ ਜਦੋਂ ਅਸੀਂ ਸੰਸਾਰੀ ਚੀਜ਼ਾਂ ਤੋਂ ਉਦਾਸ ਹੋ ਜਾਂਦੇ ਹਾਂ। ਉਦਾਸ ਦਾ ਮਤਲਬ ਇਹ ਹੁੰਦਾ, ਅਸੀਂ ਆਪਣੇ ਆਪ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਦੇ ਹਰ ਹਿੱਸੇ ਤੋਂ ਜਾਣੂ ਹੋਣ ਲੱਗਦੇ ਹਾਂ। ਅਸੀਂ ਸੰਸਾਰ ਨੂੰ ਜਾਣ ਲਿਆ, ਅਸੀਂ ਦੇਖ ਲਿਆ ਕਿ ਹੁਣ ਸਾਡਾ ਇੱਥੇ ਮਨ ਨਹੀਂ ਲੱਗਦਾ, ਸਾਨੂੰ ਰਿਸ਼ਤਿਆਂ ਦੇ ਵਿੱਚ ਰੁਚੀ ਨਹੀਂ, ਸਾਨੂੰ ਪਦਾਰਥਾਂ ਦੇ ਵਿੱਚ ਰੁਚੀ ਨਹੀਂ। ਅਸੀਂ ਹੁਣ ਜ਼ਿੰਦਗੀ ਦੇ ਨਵੇਂ ਆਯਾਮ ਨੂੰ ਦੇਖਣਾ ਵਾ। ਜ਼ਿੰਦਗੀ ਆਪਣੇ ਆਪ ਦੇ ਵਿੱਚ ਕੰਮ ਕਰਦੀ ਆ। ਸਾਨੂੰ ਇੰਝ ਲੱਗਦਾ ਕਿ ਸਾਡੇ ਕਰਨ ਨੂੰ ਕੁਝ ਹੈ ਨਹੀਂ ਗਾ, ਸਾਡੇ ਹੋਣ ਨੂੰ ਕੁਝ ਹੈ ਨਹੀਂ ਗਾ, ਸਾਡੇ ਸੋਚਣ ਨੂੰ ਕੁਝ ਹੈ ਨਹੀਂ ਗਾ,
ਸਾਡੀ ਸਮਝਣ ਨੂੰ ਕੁਝ ਹੈ ਨਹੀਂਗਾ। ਮਤਲਬ ਕਿ ਸਾਨੂੰ ਸਾਡੇ ਅਗਲੇ ਕਦਮ ਦੇ ਲਈ ਕੋਈ ਜਗ੍ਹਾ ਹੀ ਨਹੀਂ ਲੱਭਦੀ ਕਿ ਅਸੀਂ ਅਗਲਾ ਕਦਮ ਕਿੱਥੇ ਰੱਖੀਏ। ਮਤਲਬ ਕਿ ਜਿੰਨੀ ਕੁ ਅਸੀਂ ਸਮਝ ਦੇ ਮਾਲਕ ਹੁੰਦੇ ਹਾਂ, ਜਿੰਨੀ ਕੁ ਸਾਨੂੰ ਇਸ ਲੈਵਲ ਤੱਕ ਸਮਝ ਆਉਣੀ ਚਾਹੀਦੀ ਆ ਉਹ ਪੂਰੀ ਹੋ ਜਾਂਦੀ ਆ। ਜਦੋਂ ਸਾਨੂੰ ਹੋਰ ਕੁਝ ਦਿਖਾਈ ਨਹੀਂ ਦਿੰਦਾ, ਸਾਡੇ ਮਨ ਦੇ ਵਿੱਚ ਇੱਕ ਊਬ ਪੈਦਾ ਹੁੰਦੀ ਆ। ਊਬ ਆ ਜਦੋਂ ਇਹ ਗਹਿਰੀ ਹੁੰਦੀ ਜਾਂਦੀ ਆ, ਉਦਾਸੀ ਬਣ ਜਾਂਦੀ ਆ। ਸਾਨੂੰ ਸੰਸਾਰ ਚੀਜ਼ਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਰਹਿੰਦਾ। ਹੁਣ ਸਾਡੀ ਜ਼ਿੰਦਗੀ ਅਗਲੇ ਕਦਮ ਤੇ ਜਾਣਾ ਚਾਹੁੰਦੀ ਹੈ। ਕੀ ਅਸੀਂ ਜਦ ਪਹਿਲੀ ਕਲਾਸ ਪਾਸ ਕਰ ਲਈ, ਕੀ ਅਸੀਂ ਪਹਿਲੀ ਕਲਾਸ ਨੂੰ 5 ਵਾਰੀ ਪਾਸ ਕਰਾਂਗੇ, ਜਾਂ ਜਦੋਂ ਪਾਸ ਕਰ ਲਈ ਤਾਂ ਕਰ ਲਈ? ਜਦੋਂ ਅਸੀਂ ਸਮਝ ਹੀ ਗਏ 2+2 4 ਹੁੰਦੇ ਆ, ਕੀ ਅਸੀਂ ਇਸ ਨੂੰ ਫੇਰ ਪਹਾੜਿਆਂ ਨੂੰ ਵਾਰ-ਵਾਰ ਦੁਹਰਾਉਂਦੇ ਰਹਾਂਗੇ? ਨਹੀਂ। ਸੋ ਅਸਲੀ ਜੋ ਸੰਨਿਆਸ ਉਹ ਕੀ ਹੁੰਦਾ ਵਾ? ਸੱਚਾ ਤੇ ਅਸਲੀ ਸੰਨਿਆਸ ਉਦੋਂ ਹੀ ਸ਼ੁਰੂ ਹੁੰਦਾ ਜਦੋਂ ਸਾਡੇ ਵਿੱਚ ਇੱਕ ਹੀ ਭੁੱਖ, ਜਾਂ ਕਹੋ ਕਿ ਇੱਕੋ ਹੀ ਪਿਆਸ ਕੰਮ ਕਰਦੀ ਆ ਕਿ ਹੁਣ ਅਸੀਂ ਆਪਣੇ ਅਸਲੀ ਰੂਪ ਦੇ ਵਿੱਚ ਲੀਨ ਹੋਣਾ ਵਾ। ਮਤਲਬ ਕਿ ਸਾਨੂੰ ਜ਼ਿੰਦਗੀ ਦੀ ਜੋ ਸੱਚ ਆ, ਜ਼ਿੰਦਗੀ ਦਾ ਜੋ ਅਸਲੀ ਰੂਪ ਆ, ਅਸਲੀ ਪਹਿਚਾਣ, ਸਾਨੂੰ ਉਹ ਆ ਜਾਵੇ। ਸੰਨਿਆਸ ਅਸਲੀ ਜ਼ਿੰਦਗੀ ਦਾ ਹੁੰਦਾ ਵਾ। ਸਾਨੂੰ ਲੱਗਦਾ ਕਿ ਅਸੀਂ ਸੰਸਾਰ ਤੋਂ ਉਬਦੇ ਹਾਂ, ਸੰਸਾਰ ਤੋਂ ਅੱਕਦੇ ਹਾਂ, ਸੰਸਾਰ ਤੋਂ ਉਦਾਸ ਹੁੰਦੇ ਹਾਂ। ਨਹੀਂ, ਅਸੀਂ ਆਪਣੇ ਮਨ ਤੋਂ ਉਦਾਸ ਹੁੰਦੇ ਹਾਂ। ਸਾਨੂੰ ਸਾਡੇ ਮਨ ਦੀ ਪਹਿਚਾਣ ਆ ਗਈ। ਅਸੀਂ ਆਪਣੇ ਮਨ ਤੋਂ ਉਬਦੇ ਹਾਂ। ਜ਼ਿੰਦਗੀ ਆ ਜਿਹੜੀ ਇਹ ਮਨ ਤੋਂ ਉਬਦੀ ਆ। ਮਨ ਸੰਨਿਆਸੀ ਰੰਗ ਪਹਿਨਦਾ ਵਾ, ਕਿਉਂਕਿ ਉਸਨੇ ਆਪਣੀ ਅਕਲ ਮੁਤਾਬਕ, ਆਪਣੀ ਸਮਝ ਦੇ ਮੁਤਾਬਕ ਜਿਸ ਜਗ੍ਹਾ ਦੇ ਉੱਤੇ ਉਹ ਖੜਾ ਹੁੰਦਾ ਵਾ, ਉਸ ਦੇ ਮੁਤਾਬਕ ਉਸਨੇ ਜੋ ਸਮਝਣਾ ਸੀ, ਜੋ ਉਸਨੂੰ ਸਮਝ ਆਉਣੀ ਚਾਹੀਦੀ ਸੀ, ਉਸਨੇ ਉਹ ਸਮਝ ਲਿਆ। ਹੁਣ ਜ਼ਿੰਦਗੀ ਉਸਨੂੰ ਅਗਲੇ ਮੁਕਾਮ ਤੇ ਲੈ ਕੇ ਜਾਣਾ ਚਾਹੁੰਦੀ ਆ। ਮਨ ਜਦੋਂ ਬਦਲ ਗਿਆ, ਮਨ ਜਦੋਂ ਸੰਨਿਆਸੀ ਰੰਗ ਦਾ ਪਹਿਰਾਵਾ ਪਹਿਨੂਗਾ, ਉਹ ਜ਼ਿੰਦਗੀ ਦੇ ਅਗਲੇ ਮੁਕਾਮ ਤੇ ਪਹੁੰਚੂਗਾ। ਅਤੇ ਇੱਥੇ ਮਨ ਮਰੂਗਾ ਨਹੀਂ, ਮਨ ਬਦਲੂਗਾ। ਮਨ ਨੇ ਹੁਣ ਆਪਣਾ ਰੂਪ ਬਦਲਣਾ। ਇਸੇ ਮਨ ਨੇ ਜਦੋਂ ਸੰਨਿਆਸੀ ਰੰਗ ਦੇ ਵਿੱਚ ਦੀ ਜ਼ਿੰਦਗੀ ਦੀ ਅਸਲੀਅਤ ਦੇ ਨਜ਼ਦੀਕ ਜਾਣਾ, ਵਿਅਕਤੀ ਦੇ ਉੱਤੇ ਡਿਪੈਂਡ ਆ। ਇਹ ਮਨ ਜਾਂ ਬਣੂਗਾ ਚਿੱਤ ਤੇ ਜਾਂ ਬਣੂਗਾ ਦਿਲ, ਕਨਵਰਟ ਹੋਊਗਾ। ਅਦਭੁਤ ਭੇਦ ਭਰੇ ਸੰਨਿਆਸੀ ਮਾਹੌਲ ਦੀ ਜੋ ਸੰਨਿਆਸੀ ਭਾਵਨਾ ਵਾ, ਉਹ ਕਹਿੰਦੀ ਆ ਕਿ ਜ਼ਿੰਦਗੀ ਦਾ ਇਹ ਸੱਚ ਆ। ਜ਼ਿੰਦਗੀ ਦਾ ਕੋਈ ਵੀ ਰੂਪ ਹੋਵੇ, ਉਸਨੇ ਇੱਕ ਵਾਰ ਆਪਣੇ ਉਸ ਰੂਪ ਤੋਂ ਅੱਕਣਾ ਹੀ ਅੱਕਣਾ ਵਾ। ਉਸ ਦੇ ਵਿੱਚ ਉਦਾਸੀ ਆਉਣੀ ਹੀ ਆਉਣੀ ਆ। ਅਗਰ ਉਦਾਸੀ ਆਏਗੀ ਤਾਂ ਉਸਨੂੰ ਉਸਨੇ ਦੂਰ ਕਰਨ ਦੀ ਸੋਚਣੀ ਹੀ ਸੋਚਣੀ ਆ। ਦੂਰ ਕਰਨ ਦੀ ਸੋਚਣ ਦੇ ਲਈ ਉਹ ਉਸ ਲੈਵਲ ਤੋਂ ਹਟ ਕੇ ਲੈਵਲ ਦੇ ਉੱਤੇ ਜਾਵੇਗਾ ਹੀ ਜਾਵੇਗਾ। ਜਦੋਂ ਅਸੀਂ ਸਭ ਤੋਂ ਉੱਚੇ ਲੈਵਲ ਦੇ ਵੱਲ ਜਾਂਦੇ ਹਾਂ, ਉਸ ਉੱਚੇ ਲੈਵਲ ਨੂੰ ਅਸੀਂ ਖੁਦਾ ਕਹਿੰਦੇ ਹਾਂ, ਜਾਂ ਅਸੀਂ ਕਹਿੰਦੇ ਹਾਂ ਜ਼ਿੰਦਗੀ ਦਾ ਸਭ ਤੋਂ ਉੱਚਾ ਤਾਂ, ਜਾਂ ਅਸੀਂ ਕਹਿੰਦੇ ਹਾਂ ਆਤਮਿਕਤਾ। ਅੱਜ ਰੁੱਖ ਦੇ ਹਰ ਪੱਤੇ ਦੇ ਵਿੱਚ ਸੰਨਿਆਸੀ ਤਰੰਗਾਂ ਨੇ, ਜੋ ਮੇਰੀ ਜ਼ਿੰਦਗੀ ਨੂੰ ਲੁਭਾਉਂਦੀਆਂ ਨੇ ਅਤੇ ਮੈਨੂੰ ਜ਼ਿੰਦਗੀ ਦੇ ਸੰਨਿਆਸ ਦਾ ਸਬਕ ਸਿਖਾਉਂਦੀਆਂ ਨੇ। ਇਹ ਜੋ ਸਾਡੀ ਵਾਰਤਾਲਾਪ ਹੋ ਰਹੀ ਆ, ਜਿੱਥੇ ਕੋਈ ਲਫ਼ਜ਼ ਨਹੀਂ, ਜਿੱਥੇ ਕੋਈ ਜ਼ੁਬਾਨ ਕੰਮ ਨਹੀਂ ਕਰਦੀ, ਜਿੱਥੇ ਕੋਈ ਕੰਨ ਨਹੀਂ ਜੋ ਸੁਣ ਰਹੇ ਨੇ, ਚੁੱਪ ਮਾਹੌਲ ਦੇ ਵਿੱਚ ਚੁੱਪ ਦੀ ਵਾਰਤਾਲਾਪ ਸਿਰਫ ਆਪਣਾ ਔਰਾ ਵੱਡਾ ਕਰਦੀ ਜਾਂਦੀ ਹੈ। ਉਸ ਔਰੇ ਦੇ ਵਿੱਚ ਮੈਂ ਤੇ ਰੁੱਖ ਇੱਕ ਹੋ ਕੇ ਇੱਕ ਦੂਜੇ ਦੀ ਮਹਿਸੂਸੀਅਤ ਨੂੰ ਸੁਣ ਰਹੇ ਹਾਂ, ਦੇਖ ਰਹੇ ਹਾਂ, ਸਮਝ ਰਹੇ ਹਾਂ। ਅਤੇ ਮੈਂ ਫਿਰ ਚੁੱਪਕੇ ਤੇ ਰੁੱਖ ਨੂੰ ਪੁੱਛਦੀ ਹਾਂ, ਕੀ ਤੈਨੂੰ ਪਤਾ ਵਾ ਕਿ ਸੰਨਿਆਸੀ ਮਨ ਜੋ ਹੁੰਦਾ
ਉਹ ਕਿਹੋ ਜਿਹਾ ਹੁੰਦਾ। ਰੁੱਖ ਨੇ ਮੇਰੇ ਵੱਲ ਤੱਕਿਆ। ਸੰਨਿਆਸੀ ਮਨ,